ਜਿਵੇਂ 84 ਦੀ ਲੜਾਈ ਹੋਈ ਉੱਥੇ ਸ਼੍ਰੀ ਹਰਿਮੰਦਰ ਸਾਹਿਬ 'ਤੇ ਅਟੈਕ ਹੋਇਆ। ਉਸ ਤੋਂ ਬਾਅਦ ਤੁਸੀਂ ਦਿੱਲੀ ਦੀ ਬਰੂਹਾਂ 'ਤੇ ਜਾਂਦੇ ਹੋ, ਦਿੱਲੀ ਦੇ ਵਿੱਚ ਜਾਂਦੇ ਹੋ, ਉੱਥੇ ਵੀ ਕਾਫੀ ਜਿਹੜਾ ਕਿ ਖੂਨੋ ਖਾਨ ਹੋਇਆ ਹੁੰਦਾ, ਸਿੱਖਾਂ ਦਾ ਕਤਲੇਆਮ ਹੁੰਦਾ। ਫਿਰ ਉਸ ਤੋਂ ਬਾਅਦ ਗੋਲੀ ਵੀ ਚੱਲਦੀ ਹੈ। ਸ਼੍ਰੋਮਣੀ ਅਕਾਲੀ ਦਲ ਲੀਡ ਕਰ ਰਿਹਾ ਸੀਗਾ, ਉਹਨਾਂ ਦੇ ਨਾਲ ਬਰਾਬਰ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਸੀਗੇ। ਥਰੂ ਗੌਰਮੈਂਟ ਪਾਲਿਸੀਜ਼ ਜਾਂ ਸ਼੍ਰੋਮਣੀ ਅਕਾਲੀ ਦਲ ਦੀਆਂ ਪਾਲਿਸੀਜ਼ ਕਰਕੇ, ਨੈਰੋ ਮਾਈਂਡਡਨੈਸ ਕਰਕੇ, ਉਹ ਇਟ ਬਿਕੇਮ ਏ ਸਿੱਖ ਇਸ਼ੂ। ਕ੍ਰਸ਼ ਦੈਟ ਰਿਵੋਲਟ, ਦੇ ਅਟੈਕ ਦਾ ਦਰਬਾਰ ਸਾਹਿਬ। ਇੱਥੇ ਅਕਾਲ ਤਖਤ ਸਾਹਿਬ ਨੂੰ ਢਾਇਆ ਇਹਨਾਂ ਨੇ, ਆਰਮੀ, ਇੰਡੀਅਨ ਆਰਮੀ ਅੰਦਰ ਗਈ, ਹੈਵੀ ਕੈਜੁਅਲਟੀਜ਼ ਹੋਈ ਬੋਥ ਸਾਈਡਸ 'ਤੇ, ਥਾਊਜ਼ੈਂਡਸ ਆਫ ਪਿਲਗ੍ਰਿਮਸ, ਇਨੋਸੈਂਟ ਪੀਪਲ ਗੋਟ ਕਿਲਡ। ਜਿੱਥੋਂ ਤੱਕ ਸਵਾਲ ਆ ਵੀ ਮੈਂ ਗੋਲੀ ਮਾਰੀ ਜਾਂ ਮੇਰੇ ਨਾਲ ਦੇ ਐਸੋਸੀਏਟਸ ਨੇ ਮਾਰੀ, ਇਟਸ ਨਾਟ ਏ ਕੁਐਸਚਨ। ਪਰ ਉਸ ਕੇਸ ਵਿੱਚ ਸਿਰਫ ਮੈਂ ਹੀ ਇਕੱਲਾ ਕਨਵਿਕਟਡ ਹਾਂ, ਕਿਉਂਕਿ ਦੋ ਬੰਦੇ ਮੇਰੇ ਨਾਲ ਦੇ ਜਿਹੜੇ ਸੀਗੇ ਉਹ ਜਨਰਲ ਵੈਦਿਆ ਦੇ ਕੇਸ ਵਿੱਚ ਫਾਂਸੀ ਚੜ੍ਹ ਗਏ ਸੀ, ਫਾਂਸੀ ਚੜ੍ਹਾ ਦਿੱਤੇ ਗਏ ਸੀ ਮੇਰੇ ਅਮਰੀਕਾ ਆਉਣ ਤੋਂ ਪਹਿਲਾਂ। ਤੁਸੀਂ 14 ਸਾਲ ਜੇਲ੍ਹ 'ਚ ਕੱਟੇ ਬਾਹਰ ਅਮਰੀਕਾ 'ਚ, ਅਤੇ 4 ਸਾਲ ਤੁਸੀਂ ਤਿਹਾੜ 'ਚ ਕੱਟੇ। ਉਹ ਜਵਾਨੀ ਤੁਸੀਂ ਸਾਰੀ ਜਿਹੜੀ ਹੈ ਜੇਲ੍ਹ ਦੇ ਵਿੱਚ ਗੁਜ਼ਾਰਤੀ। ਅਤੇ ਦਿੱਲੀ ਦੀ ਬਰੂਹਾਂ ਜਦੋਂ ਤੁਸੀਂ ਦੇਖੀਆਂ, ਉੱਥੇ ਕਤਲੇਆਮ ਹੋਇਆ, ਸਿੱਖਾਂ ਦੇ ਨਾਲ ਗਲਤ ਹੋਇਆ। ਜਿਹੜੇ ਸਿੱਖ ਸੀ ਉਹ ਘਰੋਂ ਬਾਹਰ ਨਹੀਂ ਨਿਕਲਦੇ ਸੀਗੇ। ਜਿਹੜੇ ਕਹਿੰਦੇ ਨੇ ਸਿੱਖ ਦੀ ਪਛਾਣ ਦਸਤਾਰ, ਹੋਰ ਕਾਫੀ ਚੀਜ਼ਾਂ, ਤੇ ਉਹ ਪਛਾਣ ਨੂੰ ਲੁਕਾਉਣਾ ਸ਼ੁਰੂ ਕਰਤਾ ਸੀਗਾ, ਵਾਲ ਕਟਾਉਣੇ ਸ਼ੁਰੂ ਕਰਤੇ ਸੀ। ਉਸ ਸੰਦਰਭ ਵਿੱਚ ਦੇਖ ਕੇ ਜਦੋਂ ਮੈਂ ਦਰਬਾਰ ਸਾਹਿਬ ਦੇਖਿਆ, ਅਕਾਲ ਤਖਤ ਸਾਹਿਬ ਢੱਠਿਆ ਦੇਖਿਆ, ਬਾਕੀ ਆਲੇ ਦੁਆਲੇ ਸੜਿਆ, ਲੰਗਰ ਹਾਲ ਸਾਰਾ ਕਾਲਾ ਦਿਖ ਰਿਹਾ ਸੀ, ਉੱਧਰਲੇ ਪਾਸੇ ਜਾਣ ਵੀ ਨਹੀਂ ਸੀ ਦਿੰਦੇ। ਪਰ ਜਿੰਨਾ ਇਕੱਠ ਮੈਂ ਉਦੋਂ ਦੇਖਿਆ ਸੀ, ਮੈਂ ਇੰਨਾ ਇਕੱਠ ਕਦੀ ਦੇਖਿਆ ਨਹੀਂ। ਹੌਲ ਬਾਜ਼ਾਰ ਤੋਂ ਲੈ ਕੇ ਦਰਬਾਰ ਸਾਹਿਬ ਦੇ ਅੰਦਰ ਤੱਕ ਤੁਸੀਂ ਇੱਕ ਕਦਮ ਬੜੀ ਮੁਸ਼ਕਿਲ ਨਾਲ ਚੱਲ ਸਕਦੇ ਸੀਗੇ। ਮਤਲਬ ਕਿ ਇੱਕ ਦੂਜੇ 'ਚ ਵੱਜਦੇ, ਉੱਥੋਂ ਭੀੜ ਤੁਰੀ ਤਾਂ ਮਸਾਂ ਹੀ ਅਸੀਂ ਸਵੇਰ ਦੇ ਬੜੇ ਅੰਦਰ ਸ਼ਾਮ ਨੂੰ ਨਿਕਲੇ ਸੀ। ਜਦੋਂ ਤੁਸੀਂ ਬਰੀ ਹੋਏ, ਜਦੋਂ ਬਰੀ ਹੋ ਗਏ, ਘਰ ਵਾਪਸ ਆ ਗਏ, ਅਤੇ ਉਸ ਦਿਨ ਕਿੱਦਾਂ ਦਾ ਮਹਿਸੂਸ ਹੋਇਆ? ਮਨ 'ਚ ਸੀਗੀ ਕੋਈ ਸ਼ੰਕਾ ਕਿ ਜਿਹੜਾ ਬਦਲਾ ਹੈ ਉਹ ਤਾਂ ਲੈ ਰਿਹਾ, ਪਰ ਜਵਾਨੀ ਵੀ ਅੰਦਰ ਲੰਘ ਗਈ, ਬੱਚੇ ਤੁਸੀਂ, ਕੋਈ ਇੱਦਾਂ ਦੀ ਗੱਲ ਮਨ 'ਚ ਆਈ ਹੋਵੇ, ਉਹ ਭਾਵਨਾ ਕੁਛ ਜਾਗੀ ਹੋਵੇ? ਉਹਨਾਂ ਨੇ ਸਾਡੀਆਂ ਨੈਤਿਕ ਕਦਰਾਂ ਕੀਮਤਾਂ, ਸਾਡੀ ਜਿਹੜੀ ਇੱਜ਼ਤ ਸੀਗੀ ਸੜਕਾਂ 'ਤੇ ਰੋਲੀ ਆ, ਉਹਦਾ ਜਵਾਬ ਦਿੱਤਾ ਸੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਕਰੋਲ ਪੰਜਾਬ ਦੇ ਨਾਲ ਜੁੜੇ ਹੋ ਤੁਸੀਂ। ਮੈਂ ਹਾਂ ਸੌਰਵ ਅਰੋੜਾ। ਅੱਜ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਰਣਜੀਤ ਸਿੰਘ ਗਿੱਲ, ਜਿਨ੍ਹਾਂ ਨੂੰ ਕੁੱਕੀ ਗਿੱਲ ਦੇ ਨਾਮ ਨਾਲ ਲੋਕ ਜਾਣਦੇ ਨੇ, ਅਤੇ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ। ਸਰ, ਸਵਾਗਤ ਹੈ ਤੁਹਾਡਾ ਸਕਰੋਲ ਪੰਜਾਬ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ। ਗਿੱਲ ਸਾਹਿਬ, ਜਿਵੇਂ 84 ਦੀ ਲੜਾਈ ਹੋਈ ਉੱਥੇ ਸ਼੍ਰੀ ਹਰਿਮੰਦਰ ਸਾਹਿਬ 'ਤੇ ਅਟੈਕ ਹੋਇਆ, ਉਸ ਤੋਂ ਬਾਅਦ ਤੁਸੀਂ ਦਿੱਲੀ ਦੀ ਬਰੂਹਾਂ 'ਤੇ ਜਾਂਦੇ ਹੋ, ਦਿੱਲੀ ਦੇ ਵਿੱਚ ਜਾਂਦੇ ਹੋ, ਉੱਥੇ ਵੀ ਕਾਫੀ ਜਿਹੜਾ ਕਿ ਖੂਨੋ ਖਾਨ ਹੋਇਆ ਹੁੰਦਾ, ਸਿੱਖਾਂ ਦਾ ਕਤਲੇਆਮ ਹੁੰਦਾ। ਫਿਰ ਉਸ ਤੋਂ ਬਾਅਦ ਗੋਲੀ ਵੀ ਚੱਲਦੀ ਹੈ। ਇਹ ਪੂਰਾ ਮਾਮਲਾ ਕੀ ਹੋਇਆ, ਕੀ ਸੀਗਾ? ਇੰਡੀਅਨ ਗੌਰਮੈਂਟ ਨੇ 1984 ਜੂਨ 'ਚ ਜਿਹੜਾ ਸਿੱਖ ਉਦੋਂ ਸਟਰਗਲ ਚੱਲ ਰਿਹਾ ਸੀ, ਰਿਵੋਲਟ ਚੱਲ ਰਿਹਾ ਸੀ ਅਗੇਂਸਟ ਦਾ ਪਾਲਿਸੀਜ਼ ਆਫ ਦਾ ਇੰਡੀਅਨ ਗੌਰਮੈਂਟ ਅਗੇਂਸਟ ਪੰਜਾਬ ਸਟੇਟ, ਐਂਡ ਦੈਟ ਗ੍ਰੀਵੈਂਸਿਸ ਜਿਹੜੇ ਸੀਗੇ ਉਹ ਸ਼੍ਰੋਮਣੀ ਅਕਾਲੀ ਦਲ ਲੀਡ ਕਰ ਰਿਹਾ ਸੀਗਾ, ਉਹਨਾਂ ਦੇ ਨਾਲ ਬਰਾਬਰ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਸੀਗੇ। ਇਹਨਾਂ ਦਾ ਧਰਮ ਯੁੱਧ ਮੋਰਚਾ ਚੱਲ ਰਿਹਾ ਸੀ। ਸਮ ਹਾਊ ਸੀਗਾ ਤਾਂ ਪੰਜਾਬ ਸਟੇਟ ਦੀਆਂ ਡਿਮਾਂਡਸ ਲਈ, ਫੈਡਰਲਿਜ਼ਮ ਲਈ, ਪਾਣੀਆਂ ਦੇ ਸੰਘਰਸ਼ ਸੀਗੇ, ਬਾਕੀ ਜਿਹੜੇ ਹੋਰ ਪੈਂਡਿੰਗ ਇਸ਼ੂ ਸੀਗੇ, ਚੰਡੀਗੜ੍ਹ ਮੇਨ ਇਸ਼ੂ ਸੀਗਾ, ਖੁਦ ਮੁਖਤਿਆਰੀ ਦਾ ਇਸ਼ੂ ਸੀਗਾ। ਉਹ ਬਣ ਕੇ ਥਰੂ ਗੌਰਮੈਂਟ ਪਾਲਿਸੀਜ਼ ਜਾਂ ਸ਼੍ਰੋਮਣੀ ਅਕਾਲੀ ਦਲ ਦੀਆਂ ਪਾਲਿਸੀਜ਼ ਕਰਕੇ, ਨੈਰੋ ਮਾਈਂਡਡਨੈਸ ਕਰਕੇ, ਉਹ ਇਟ ਬਿਕੇਮ ਏ ਸਿੱਖ ਇਸ਼ੂ। ਅਤੇ ਗੌਰਮੈਂਟ ਆਫ ਇੰਡੀਆ ਵੀ ਇਹੀ ਚਾਹੁੰਦੀ ਸੀ ਵੀ ਆਪਾਂ ਇਹਨੂੰ ਹਿੰਦੂ ਸਿੱਖ ਦਾ ਇਸ਼ੂ ਦਿਖਾਈਏ, ਨਾ ਕਿ ਜਿਹੜੀਆਂ ਜੈਨੂਅਨ ਪੰਜਾਬ ਦੀਆਂ ਡਿਮਾਂਡਸ ਨੇ ਉਹਨਾਂ ਬਾਰੇ ਦੱਸੀਏ। ਟੂ ਕ੍ਰਸ਼ ਦੈਟ ਰਿਵੋਲਟ, ਦੇ ਅਟੈਕ ਦਾ ਦਰਬਾਰ ਸਾਹਿਬ। ਉੱਥੇ ਅਕਾਲ ਤਖਤ ਸਾਹਿਬ ਨੂੰ ਢਾਇਆ ਇਹਨਾਂ ਨੇ, ਆਰਮੀ, ਇੰਡੀਅਨ ਆਰਮੀ ਅੰਦਰ ਗਈ, ਹੈਵੀ ਕੈਜੁਅਲਟੀਜ਼ ਹੋਈ ਬੋਥ ਸਾਈਡਸ 'ਤੇ, ਥਾਊਜ਼ੈਂਡਸ ਆਫ ਪਿਲਗ੍ਰਿਮਸ, ਇਨੋਸੈਂਟ ਪੀਪਲ ਗੋਟ ਕਿਲਡ। ਉਸ ਤੋਂ ਬਾਅਦ ਥੋੜ੍ਹੇ ਮਹੀਨਿਆਂ ਬਾਅਦ ਇੰਦਰਾ ਗਾਂਧੀ ਦਾ ਕਤਲ ਹੋਇਆ, ਬੀਇੰਗ ਪ੍ਰਾਈਮ ਮਿਨਿਸਟਰ ਆਫ ਇੰਡੀਆ। ਉਹਦੇ ਰਾਈਟ ਆਫਟਰ ਦੈਟ ਦੇਰ ਵਾਜ਼ ਏ ਮੈਸਿਵ ਸਿੱਖ ਕਾਰਨੇਜ ਬਾਏ ਦਾ ਮੋਬਸ ਲੈਡ ਬਾਏ ਦਾ ਕਾਂਗਰਸ ਪੋਲੀਟੀਸ਼ੀਅਨਸ ਇਨ ਦਿੱਲੀ ਐਂਡ ਇਨ ਸੈਵਰਲ ਅਦਰ ਪਲੇਸਿਸ ਇਨ ਇੰਡੀਆ, ਮੇਨਲੀ ਵਿਚ ਆਰ ਡੋਮੀਨੇਟਡ ਬਾਏ ਦਾ ਕਾਂਗਰਸ ਪਾਰਟੀ। ਉਸ ਦੇ ਸੰਦਰਭ ਵਿੱਚ ਜਿਹੜੇ 5 ਪਰਸਨਸ ਨੇਮਡ ਹੋਏ ਸੀਗੇ ਮੇਨ ਪੋਲੀਟੀਸ਼ੀਅਨਸ ਫਰੋਮ ਦਿੱਲੀ,
those people became a target, and out of those five, two people were killed. One was Lalit Makan, member parliament from South Delhi, for which I have been convicted. ਜਦੋਂ ਲਲਿਤ ਮਾਖਨ ਦੀ ਮੌਤ ਹੋਈ ਉਹਦੇ ਤੇ ਗੋਲੀ ਚਲਾਈ ਗਈ ਤੇ ਤੁਹਾਡੇ ਨਾਲ ਹੋਰ ਕਿੰਨੇ ਬੰਦੇ ਸੀਗੇ ਤੇ ਉਹ ਜਿਹੜੀ ਗੋਲੀ ਚਲਾਈ ਗਈ ਉਹ ਹਥਿਆਰ ਉਹ ਗੋਲੀਆਂ ਚਲਾਣੀਆਂ ਉਹ ਪਹਿਲਾਂ ਹੀ ਆਂਦੀ ਸੀ ਗੋਲੀ ਚਲਾਣੀ ਜਾਂ ਸਿੱਖੀ ਗਈ ਸੀਗੀ ਕਿ ਗੋਲੀ ਚਲਾਣੀ ਕਿੱਦਾਂ ਕਿਉਂਕਿ ਹਰ ਬੰਦੇ ਨੂੰ ਨਹੀਂ ਪਤਾ ਹੁੰਦਾ ਕਿ ਪਿਸਟਲ ਫੜਨੀ ਕਿੱਦਾਂ ਗੋਲੀ ਚਲਾਈ ਕਿੱਦਾਂ ਜਾਂਦੀ ਹੈ ਕਿ ਪਿਸਟਲ ਨੂੰ ਫੜਨਾ ਕਿੱਦਾਂ ਗੋਲੀ ਇੱਧਰ ਉੱਧਰ ਨਾ ਵੱਜ ਜਾਵੇ ਇਹ ਜਿਹੜਾ ਤਜਰਬਾ ਹੈ ਕਿੱਦਾਂ ਆਇਆ ਇਹ ਤਾਂ ਦੈਟਸ ਮਤਲਬ ਕਿ ਨਾਟ ਅ ਰੈਲੇਵੈਂਟ ਕੁਐਸਚਨ। ਗੋਲੀ ਕਿਵੇਂ ਚਲਾਈ ਕਿਵੇਂ ਨਹੀਂ ਚਲਾਉਣੀ, ਜੱਟਾਂ ਦੇ ਮੁੰਡੇ ਗੋਲੀਆਂ ਚਲਾਉਣੀਆਂ ਵੀ ਸਹਿਣੀਆਂ ਵੀ ਜਾਣਦੇ ਨੇ, ਨਹੀਂ ਦੈਟ ਵਾਜ਼ ਅ ਡਿਫਰੈਂਟ ਐਂਗਲ। ਜਿੱਥੋਂ ਤੱਕ ਸਵਾਲ ਆ ਵੀ ਮੈਂ ਗੋਲੀ ਮਾਰੀ ਜਾਂ ਮੇਰੇ ਨਾਲ ਦੇ ਐਸੋਸੀਏਟਸ ਨੇ ਮਾਰੀ, ਇਟਸ ਨਾਟ ਅ ਕੁਐਸਚਨ। ਪਰ ਉਸ ਕੇਸ ਵਿੱਚ ਸਿਰਫ ਮੈਂ ਹੀ ਇਕੱਲਾ ਕਨਵਿਕਟਡ ਹਾਂ ਕਿਉਂਕਿ ਦੋ ਬੰਦੇ ਮੇਰੇ ਨਾਲ ਦੇ ਜਿਹੜੇ ਸੀਗੇ ਉਹ ਜਨਰਲ ਵੈਦਿਆ ਦੇ ਕੇਸ ਵਿੱਚ ਫਾਂਸੀ ਚੜ੍ਹ ਗਏ ਸੀ, ਫਾਂਸੀ ਚੜ੍ਹਾ ਦਿੱਤੇ ਗਏ ਸੀ ਮੇਰੇ ਅਮਰੀਕਾ ਆਉਣ ਤੋਂ ਪਹਿਲਾਂ। ਕੁਛ ਬੰਦੇ ਪੁਲਿਸ ਮੁਕਾਬਲੇ 'ਚ ਮਾਰ ਦਿੱਤੇ ਗਏ ਸੀਗੇ, ਬਾਕੀ ਬੰਦੇ ਮਤਲਬ ਕਿ ਸਿਰਫ ਕੇਸ ਮੇਰੇ 'ਤੇ ਕਨਵਿਕਸ਼ਨ ਹੋਈ ਹੈ, ਮੇਰੇ ਨਾਲ ਕੋਈ ਹੋਰ ਹੈ ਨਹੀਂ ਸੀ ਟਰਾਇਲ 'ਤੇ। ਜਿੱਦਾਂ ਤੁਹਾਡੇ 'ਤੇ ਤੁਸੀਂ 14 ਸਾਲ ਜੇਲ੍ਹ 'ਚ ਕੱਟੇ ਬਾਹਰ ਅਮਰੀਕਾ 'ਚ ਤੇ 4 ਸਾਲ ਤੁਸੀਂ ਤਿਹਾੜ 'ਚ ਕੱਟੇ, ਉਹ ਜਵਾਨੀ ਤੁਸੀਂ ਸਾਰੀ ਜਿਹੜੀ ਹੈ ਜੇਲ੍ਹ ਦੇ ਵਿੱਚ ਗੁਜ਼ਾਰਤੀ। ਤੇ ਦਿੱਲੀ ਦੀ ਬਰੂਹਾਂ ਜਦੋਂ ਤੁਸੀਂ ਦੇਖੀਆਂ ਉੱਥੇ ਕਤਲੇਆਮ ਹੋਇਆ ਸਿੱਖਾਂ ਦੇ ਨਾਲ, ਗਲਤ ਹੋਇਆ। ਇਹ ਜਿਹੜੇ ਸਿੱਖ ਸੀ ਉਹ ਘਰੋਂ ਬਾਹਰ ਨਹੀਂ ਨਿਕਲਦੇ ਸੀਗੇ, ਜਿਹੜੇ ਕਹਿੰਦੇ ਨੇ ਸਿੱਖ ਦੀ ਪਛਾਣ ਦਸਤਾਰ ਹੋਰ ਕਾਫੀ ਚੀਜ਼ਾਂ, ਤੇ ਉਹ ਪਛਾਣ ਨੂੰ ਲੁਕਾਉਣਾ ਸ਼ੁਰੂ ਕਰਤਾ ਸੀਗਾ, ਵਾਲ ਕਟਾਣੇ ਸ਼ੁਰੂ ਕਰਤੇ ਸੀਗੇ। ਮਤਲਬ ਕਿ ਸਟੇਟ ਰਿਪਰੈਸ਼ਨ ਜਿਹੜਾ ਸੀ ਨਾ, ਸਟੇਟ ਦਾ ਜਿਹੜੀਆਂ ਪਾਲਿਸੀ ਸੀਗੀਆਂ ਬਹੁਤ ਰਿਪਰੈਸਿਵ ਸੀਗੀਆਂ। ਉਹਨਾਂ ਨੇ ਸਿੱਖਸ ਨੂੰ ਜਾਣ ਖਾਸ ਕਰਕੇ ਜਿਹੜਾ ਯੰਗ ਸਿੱਖ ਸੀਗਾ ਉਹਨੂੰ ਟਾਰਗੇਟ ਕਰਦੇ। ਜਦੋਂ ਦਿੱਲੀ 'ਚ ਕਾਰਨੇਜ ਹੋਇਆ ਉਹਦੇ ਨਾਲ ਜਿਹੜੀ ਦਿੱਲੀ ਦੇ ਵਿੱਚ ਸਿੱਖ ਪਾਪੂਲੇਸ਼ਨ ਸੀ, ਪਹਿਲੇ ਤਾਂ ਇੱਕਦਮ ਉਹ ਬਹੁਤ ਬੰਦੇ ਉੱਠ ਕੇ ਪੰਜਾਬ 'ਚ ਆ ਗਏ ਸੀ, ਫਿਰ ਥੋੜ੍ਹੇ ਚਿਰ ਬਾਅਦ ਵਾਪਸ ਕਿਉਂਕਿ ਬਿਜ਼ਨਸ ਨੇ ਉਹਨਾਂ ਦੇ ਘਰ ਨੇ ਉੱਥੇ ਜਿਹੜੇ ਬਚੇ ਆ ਜੋ ਵੀ ਆ। ਜਦੋਂ ਮੇਰੀ ਕਦੀ ਇੰਟਰਵਿਊ ਜਾਂਦੀ ਆ ਬਾਹਰ, ਬਹੁਤਿਆਂ ਨੂੰ ਤਾਂ ਪਤਾ ਹੀ ਨਹੀਂ ਸੀ ਕਿ ਮੈਂ ਕਨਵਿਕਟਡ ਆ ਜਾਂ ਕੀ ਹੈਗਾ ਹੈ ਨਾ। ਅਤੇ ਉਸ ਤੋਂ ਬਾਅਦ ਮੈਨੂੰ ਬਹੁਤ ਵਾਰੀ ਬਿਜ਼ਨਸਮੈਨਾਂ ਦੇ ਲੀਡਰਸ ਅਤੇ ਸਿੱਖ ਲੀਡਰਸ ਦੇ ਦਿੱਲੀ 'ਚੋਂ ਨਾਮੀ ਪਰਸਨੈਲਿਟੀਜ਼ ਦੇ ਫੋਨ ਆਉਂਦੇ, ਮੇਰੇ ਨਾਲ ਗੱਲਬਾਤ ਕਰਦੇ। ਉਹ ਕਹਿੰਦੇ ਵੀ ਜੇ ਤੁਸੀਂ ਇਹ ਇੰਸੀਡੈਂਟ ਨਾ ਹੋਏ ਹੁੰਦੇ, ਈਵਨ ਜਿਹੜੀਆਂ ਵਿਧਵਾ ਕਲੋਨੀ 'ਚ ਰਹਿ ਰਹੀਆਂ ਨੇ ਲੇਡੀਜ਼ ਜਿਹੜੇ ਵਿਕਟਮਸ ਨੇ ਸਿੱਖ ਕਾਰਨੇਜ ਦੇ, ਉਹ ਕਹਿੰਦੇ ਵੀ ਸਾਡੇ ਮਨ 'ਤੇ ਸਾਨੂੰ ਪਤਾ ਵੀ ਸਾਨੂੰ ਕਿੰਨਾ ਕਿਸ ਚੀਜ਼ ਨਾਲ ਹੌਸਲਾ ਮਿਲਿਆ ਅਤੇ ਅਸੀਂ ਆਪਣੇ ਘਰਾਂ ਤੋਂ ਬਾਹਰ ਨਿਕਲ ਜੋਗੇ ਹੋ ਸਕੇ, ਅਸੀਂ ਆਪਣੇ ਬਿਜ਼ਨਸ ਦੁਆਰਾ ਸਾਂਭ ਸਕੇ, ਅਸੀਂ ਡਰ ਤੋਂ ਕਾਫੀ ਹੱਦ ਤੱਕ ਮੁਕਤ ਹੋਏ। ਜਿਵੇਂ ਉੱਥੇ ਮਰਡਰ ਹੋਇਆ, ਤੁਹਾਨੂੰ ਸਜ਼ਾ ਹੋ ਗਈ, ਤੁਸੀਂ ਬਰੀ ਵੀ ਹੋ ਗਏ ਹੋ। ਜਿਵੇਂ ਕਿ ਉੱਥੇ ਇੱਦਾਂ ਦੀਆਂ ਚੀਜ਼ਾਂ ਤੁਸੀਂ ਦੇਖੀਆਂ, ਜਦੋਂ ਦਰਬਾਰ ਸਾਹਿਬ ਪਹੁੰਚੇ 1984 ਤੋਂ ਥੋੜ੍ਹੇ ਦਿਨ ਬਾਅਦ ਜਦੋਂ ਅਟੈਕ ਹੁੰਦਾ ਉਦੋਂ ਪਹੁੰਚਦੇ ਹੋ, ਮਨ 'ਚ ਕੀ ਵਿਚਾਰ ਆਉਂਦੇ ਉਦੋਂ? ਕਿਉਂਕਿ ਜੇ ਉਦੋਂ ਗੱਲ ਕੀਤੀ ਜਾਵੇ ਸੋਚ ਜਵਾਨੀ ਵਾਲੀ ਸੋਚ ਸੀਗੀ, ਮੁੰਡੇ ਖੁੰਡੇ ਜਿੱਦਾਂ ਹੁੰਦੇ ਉਹਦੀ ਸੋਚ ਹੋਣੀ, ਕੀ ਪਹਿਲੇ ਗੱਲ ਕਿਹੜੀ ਉਸ ਮਨ ਦੇ ਵਿੱਚ ਆਈ ਕਿ ਕੀ ਕਰਨਾ ਚਾਹੀਦਾ? ਮਤਲਬ ਕਿ ਜਦੋਂ ਤੁਸੀਂ ਗਏ ਨਾ, ਬੀਇੰਗ ਏ ਸਿੱਖ, ਮੈਂ ਸਿੱਖ ਪਰਿਵਾਰ 'ਚ ਪੈਦਾ ਹੋਇਆ ਤਾਂ ਨੈਚੁਰਲੀ ਮੇਰੀਆਂ ਭਾਵਨਾਵਾਂ ਥੋੜ੍ਹੀਆਂ ਡਿਫਰੈਂਟ ਹੋਣਗੀਆਂ। ਇੱਕ ਸਾਡਾ ਰਿਲੀਜੀਅਸ ਬੈਕਗਰਾਊਂਡ ਦਾ ਪਰਿਵਾਰ ਆ, ਉਸ ਸੰਦਰਭ ਵਿੱਚ ਦੇਖ ਕੇ ਜਦੋਂ ਮੈਂ ਦਰਬਾਰ ਸਾਹਿਬ ਦੇਖਿਆ, ਅਕਾਲ ਤਖਤ ਸਾਹਿਬ ਢੱਠਿਆ ਦੇਖਿਆ, ਬਾਕੀ ਆਲੇ ਦੁਆਲੇ ਸੜਿਆ, ਲੰਗਰ ਹਾਲ ਸਾਰਾ ਕਾਲਾ ਦਿਖ ਰਿਹਾ ਸੀ, ਉੱਧਰਲੇ ਪਾਸੇ ਜਾਣ ਵੀ ਨਹੀਂ ਸੀ ਦਿੰਦੇ। ਸਰੋਵਰ ਵਿੱਚ ਮੈਂ ਕੋਈ ਇੱਦਾਂ ਦਾ ਬਲੱਡ ਜਾਂ ਕੁਛ ਦੇਖਿਆ ਨਹੀਂ ਗਾ, ਪਰ ਕੋਈ ਉਦੋਂ ਸਰੋਵਰ 'ਚ ਵੜਦਾ ਨਹੀਂ ਸੀ, ਬਹੁਤ ਹੈਵੀ ਰਸ਼ ਸੀਗਾ। ਮੈਂ ਉਸ ਤੋਂ ਪਹਿਲੇ ਕਾਰ ਸੇਵਾ ਵੀ ਦੇਖੀ ਆ 1974 'ਚ, ਉਦੋਂ ਵੀ ਬਹੁਤ ਜ਼ਿਆਦਾ ਇਕੱਠ ਹੁੰਦਾ ਸਿੱਖ ਭਾਵਨਾਵਾਂ ਦਾ, ਪਰ ਜਿੰਨਾ ਇਕੱਠ ਮੈਂ ਉਦੋਂ ਦੇਖਿਆ ਸੀ ਮੈਂ ਇੰਨਾ ਇਕੱਠ ਕਦੀ ਦੇਖਿਆ ਨਹੀਂ। ਹੌਲ ਬਾਜ਼ਾਰ ਤੋਂ ਲੈ ਕੇ ਦਰਬਾਰ ਸਾਹਿਬ ਦੇ ਅੰਦਰ ਤੱਕ ਤੁਸੀਂ ਇੱਕ ਕਦਮ ਬੜੀ ਮੁਸ਼ਕਿਲ ਨਾਲ ਚੱਲ ਸਕਦੇ ਸੀਗੇ, ਮਤਲਬ ਕਿ ਇੱਕ ਦੂਜੇ 'ਚ ਵੱਜਦੇ, ਉੱਥੋਂ ਭੀੜ ਤੁਰੀ ਤਾਂ ਮਸਾਂ ਹੀ ਅਸੀਂ ਸਵੇਰ ਦੇ ਬੜੇ ਅੰਦਰ ਸ਼ਾਮ ਨੂੰ ਨਿਕਲੇ ਸੀ। ਵੈਰੀ ਮਤਲਬ ਕਿ ਦੁਖਦਾਇਕ ਮਾਹੌਲ ਸੀਗਾ, ਹਰ ਇੱਕ ਦੇ ਮਨ 'ਤੇ ਚਿੰਤਾ ਸੀ, ਗੁੱਸਾ ਵੀ ਸੀ, ਸਮਝ ਵੀ ਨਹੀਂ ਸੀ ਆ ਰਹੀ ਵੀ ਐਡਾ ਵੱਡਾ ਸਟੈਪ ਇੰਡੀਅਨ ਗੌਰਮੈਂਟ ਕਿਵੇਂ ਚੱਕ ਗਈ। ਉਸ ਨੂੰ ਦੇਖ ਕੇ ਤੁਹਾਡੀਆਂ ਸਿੱਖ ਭਾਵਨਾਵਾਂ ਜਾਗਦੀਆਂ ਨੇ, ਤੁਹਾਨੂੰ ਇਹ ਵੀ ਸੋਚਣ ਲਈ ਮਜਬੂਰ ਹੁੰਦਾ ਵੀ ਐਡਾ ਵੀ ਕੀ ਹੋ ਗਿਆ, ਮਤਲਬ ਕਿ ਐਡਾ ਵੱਡਾ ਤਾਂ ਸਟੈਪ ਅਪ ਸੀ। ਤਾਂ ਪੁਰਾਣੀਆਂ ਸਾਖੀਆਂ ਸੁਣਦੇ ਸੀ, ਅਬਦਾਲੀ ਹੁਣਾਂ ਨੇ ਹਮਲੇ ਕੀਤੇ ਜਿਹੜੇ ਕਿ ਬਾਹਰੋਂ ਆ ਕੇ ਹੁਕਮਰਾਨ ਕਰ ਸਕਦੇ ਆ, ਪਰ ਇੱਕ ਤੁਹਾਡੇ ਹੀ ਇੰਡੀਆ ਦਾ ਹੁਕਮਰਾਨ ਉਹ ਆ ਕੇ ਆਪਣੀ ਹੀ ਪਾਪੂਲੇਸ਼ਨ ਨੂੰ ਦਬਾਉਣ ਲਈ ਇੰਡੀਅਨ ਆਰਮੀ ਦਾ ਵਰਤੋਂ ਕਰੇ, ਦੈਟ ਵਾਜ਼ ਅਨਥਿੰਕੇਬਲ।
ਮਤਲਬ ਇਹ ਚੀਜ਼ ਨੇ ਤੁਹਾਨੂੰ ਝੰਜੋੜਿਆ। ਉਸ ਤੋਂ ਬਾਅਦ ਇਹ ਸੋਚਿਆ ਵੀ ਕੀ ਕਰਨਾ ਚਾਹੀਦਾ। ਪਰ ਇਹ ਜ਼ਰੂਰ ਸੀ ਕਿ ਜਿਹੜਾ ਇਹਨਾਂ ਨੇ ਸਿੱਖ ਆਇਡੈਂਟੀਟੀ 'ਤੇ ਅਟੈਕ ਕੀਤਾ, ਇਟ ਵਾਜ਼ ਨਾਟ ਜਸਟ ਅਬਾਊਟ ਦਰਬਾਰ ਸਾਹਿਬ। ਦਰਬਾਰ ਸਾਹਿਬ ਠੀਕ ਆ, ਸਾਡੀ ਸਾਰਿਆਂ ਨਾਲੋਂ ਵੱਡੀ ਆਸਥਾ ਦਾ ਕੇਂਦਰ ਆ, ਪਰ ਉਸ ਤੋਂ ਵੱਡੇ ਸਾਨੂੰ ਇਹ ਸੀਗਾ ਵੀ ਇਹਨਾਂ ਨੇ ਸਾਡੀ ਪ੍ਰਾਈਡ, ਸਾਡੀ ਡਿਗਨਿਟੀ ਅਤੇ ਸਾਡੀ ਜਿਹੜੀ ਸਿੱਖ ਕੌਮ ਦੀ ਹੈਗੀ ਆ ਆਇਡੈਂਟੀਟੀ, ਉਹਨੂੰ ਇਹਨਾਂ ਨੇ ਅਟੈਕ ਕੀਤਾ। ਇਹਦਾ ਮੋੜਵਾਂ ਜਵਾਬ ਦੇਵਾਂਗੇ ਅਤੇ ਦਿੱਤਾ ਵੀ। ਗਿੱਲ ਸਾਹਿਬ ਜੀ, ਗੱਲ ਕੀਤੀ ਜਾਵੇ ਫੈਮਿਲੀ ਦੇ ਵਿੱਚ ਕੌਣ ਹੈ? ਤੁਸੀਂ ਸਭ ਤੋਂ ਛੋਟੇ ਬੇਟੇ ਹੋ, ਹੈ ਨਾ? ਹੋਰ ਆਪਣੀ ਫੈਮਿਲੀ ਦੇ ਵਿੱਚ ਕੌਣ ਹੈ? ਫਾਦਰ ਸਾਹਿਬ ਕਹਿੰਦੇ ਵਾਈਸ ਚਾਂਸਲਰ ਸੀਗੇ PAU ਦੇ। ਹੋਰ ਕੌਣ ਹੈ ਫੈਮਿਲੀ 'ਚ? ਮੇਰੇ ਮਦਰ ਦੀ ਵੀ ਡੈਥ ਹੋ ਚੁੱਕੀ ਹੈ, ਫਾਦਰ ਸਾਹਿਬ ਦੀ ਵੀ ਡੈਥ ਹੋ ਚੁੱਕੀ ਆ। ਮੇਰਾ ਵੱਡਾ ਬ੍ਰਦਰ ਆ, ਹੀ ਇਜ਼ ਅ ਡਾਕਟਰ ਟੂ, ਉਹ US ਸੈਟਲਡ ਆ ਪਿਛਲੇ 40 ਸਾਲਾਂ ਤੋਂ। ਮੇਰੀ ਸਿਸਟਰ ਵੀ ਡਾਕਟਰ ਆ, ਪਰ ਉਹਦੀ ਅੱਜ ਹੁਣੇ ਥੋੜ੍ਹਾ ਚਿਰ ਪਹਿਲੇ ਡੈਥ ਹੋਈ ਆ। ਸ਼ੀ ਵਾਜ਼ ਸਫਰਿੰਗ ਫਰਮ ਟਰਮੀਨਲ ਕੈਂਸਰ। ਅਤੇ ਮੈਂ ਸਾਰਿਆਂ ਨਾਲੋਂ ਛੋਟਾ। ਅਤੇ ਤੁਹਾਡੇ ਬੱਚੇ ਕਿੰਨੇ ਹੈ? ਮੇਰੀ ਇੱਕ ਲੜਕੀ ਆ, ਗਨੀਵ ਕੌਰ ਗਿੱਲ, ਅਤੇ ਮੇਰੀ ਵਾਈਫ ਆ, ਦੈਟਸ ਇਟ। ਅਤੇ ਜਦੋਂ ਤੁਸੀਂ ਬਰੀ ਹੋ ਗਏ, ਘਰ ਵਾਪਸ ਆ ਗਏ, ਅਤੇ ਉਸ ਦਿਨ ਕਿੱਦਾਂ ਦਾ ਮਹਿਸੂਸ ਹੋਇਆ? ਮਨ 'ਚ ਸੀਗੀ ਕੋਈ ਸ਼ੰਕਾ ਕਿ ਜਿਹੜਾ ਬਦਲਾ ਹੈ ਉਹ ਤਾਂ ਲੈ ਰਿਹਾ, ਪਰ ਜਵਾਨੀ ਵੀ ਅੰਦਰ ਲੰਘ ਗਈ, ਬੱਚੇ ਤੁਸੀਂ, ਕੋਈ ਇੱਦਾਂ ਦੀ ਗੱਲ ਮਨ 'ਚ ਆਈ ਹੋਵੇ, ਉਹ ਭਾਵਨਾ ਕੁਛ ਜਾਗੀ ਹੋਵੇ? ਨਹੀਂ, ਇਹ ਕੋਈ ਰਿਵੈਂਜ ਕਿਲਿੰਗ ਨਹੀਂ ਸੀਗੀ। ਇਟ ਵਾਜ਼ ਏ ਮੋਰਲ ਹਿੱਟ। ਉਹਨਾਂ ਨੇ ਸਾਡੀਆਂ ਨੈਤਿਕ ਕਦਰਾਂ ਕੀਮਤਾਂ, ਸਾਡੀ ਜਿਹੜੀ ਇੱਜ਼ਤ ਸੀਗੀ ਸੜਕਾਂ 'ਤੇ ਰੋਲੀ ਆ, ਉਹਦਾ ਜਵਾਬ ਦਿੱਤਾ ਸੀ। ਰਿਵੈਂਜ ਕੋਈ ਬਦਲਾ ਬੋਲੀ ਤਾਂ ਆਪਾਂ ਕਿਹੜਾ ਕੋਈ ਆਪਣੀ ਕੋਈ ਜਾਤੀ ਦੁਸ਼ਮਣੀ ਲਈ ਲੜ ਰਹੇ ਹਾਂ। ਇਟ ਵਾਜ਼ ਏ ਬਿਗਰ ਕੁਐਸਚਨ ਦੈਟ ਇਟ ਵਾਜ਼ ਏ ਪੋਲੀਟੀਕਲ ਕ੍ਰਾਈਸਿਸ, ਜਿਹੜੀਆਂ ਅੱਜ ਵੀ ਸਿੱਖਸ 'ਚ ਹੈਗੀਆਂ ਨੇ। ਉਹਦਾ ਜਵਾਬ, ਉਹਦੇ ਉਸ ਮਤਲਬ ਵਿੱਚ ਇਹ ਮੋਰਲ ਹਿੱਟ ਹੋਈ ਸੀਗੀ। ਬਾਕੀ ਜਿੱਥੇ ਤੱਕ ਮੇਰੀ ਜਵਾਨੀ ਜਾਂ ਹੋਰ ਆ, ਦੈਟ ਡਜ਼ਨਟ ਮੈਟਰ। ਇਹ ਤਾਂ ਹੁਣ ਜੇ ਤੁਸੀਂ ਕੋਈ ਇੱਦਾਂ ਦੇ ਰਿਬੇਲੀਅਨ ਦੇ ਸਟੈਪਸ ਚੱਕੋਗੇ ਤਾਂ ਉਹਦੇ ਵਿੱਚ ਮੁਸ਼ਕਲਾਂ ਤਾਂ ਆਉਂਦੀਆਂ ਹੀ ਨੇ। ਪਰ ਮੈਂ ਮੁਸ਼ਕਲ ਅੱਗੇ ਕਾਫੀ ਹੱਦ ਤੱਕ ਗੋਡੇ ਟੇਕੇ ਨਹੀਂ। ਮੈਂ ਬਰੀ ਵੀ ਨਹੀਂ ਹੋਇਆ, ਮੇਰੀ ਕਨਵਿਕਸ਼ਨ ਹੋਈ ਸੀ। ਉਸ ਤੋਂ ਬਾਅਦ ਗੌਰਮੈਂਟ ਨੇ ਆਫਟਰ 18 ਈਅਰਸ ਪਲੱਸ ਉਹਨਾਂ ਨੇ ਫਿਰ ਇਹ ਕਮਿਊਟ ਕਰਤੀ ਸੈਂਟੈਂਸ, ਕਿਉਂਕਿ ਜਿਹੜੀ ਮਾਕਨ ਫੈਮਿਲੀ ਸੀ, ਉਹਨਾਂ ਦੀ ਲੜਕੀ ਆ ਅਵੰਤਿਕਾ ਮਾਕਨ, ਈਵਨ ਅਜੇ ਮਾਕਨ ਆ, ਦੇ ਆਰ ਗੁੱਡ ਫਰੈਂਡਸ ਆਫ ਮਾਈਨ। ਐਂਡ ਜਦੋਂ ਉਹਨਾਂ ਨੇ ਬੈਠ ਕੇ ਮੇਰੇ ਨਾਲ ਮੀਟਿੰਗ ਕੀਤੀ ਐਂਡ ਦੇ ਵਰ ਫੁੱਲੀ ਕਨਵਿੰਸਡ ਕਿ ਇਹ ਕੋਈ ਪਰਸਨਲ ਵੈਂਡੈਟਾ ਨਹੀਂ ਗਾ, ਅਤੇ ਅੱਜ ਵੀ ਮੇਰੇ ਫਰੈਂਡ ਨੇ ਉਹ। ਜਦੋਂ ਉਹਨਾਂ ਦੀ ਬੇਟੀ ਤੁਹਾਨੂੰ ਮਿਲੀ, ਕਹਿੰਦੇ ਸੀ ਤੁਹਾਡੀਆਂ ਗੱਲਾਂ ਸੁਣ ਕੇ ਬੜੀ ਭਾਵੁਕ ਹੋਈ ਉਹ, ਫਿਰ ਉਹਨੇ ਜਿਹੜੇ ਬਿਆਨ ਦਿੱਤੇ ਗਏ ਸੀਗੇ, ਉਹ ਗੱਲਾਂ ਕੀ ਹੋਈਆਂ ਕੀ ਸੀਗੀਆਂ? ਨਹੀਂ, ਮੈਂ ਐਕਸਪਲੇਨ ਕੀਤਾ ਵੀ ਇਹ ਕੋਈ ਸਾਡਾ ਪਰਸਨਲ ਕੋਈ ਆਪਣੀ ਲੜਾਈ ਨਹੀਂ ਹੈਗੀ। ਜੇ ਤੁਸੀਂ ਪਰਸਨਲ ਰੱਖ ਕੇ ਚੱਲਣਾ ਚਾਹੁੰਦੇ ਆ ਤਾਂ ਆਈ ਐਮ ਰੈਡੀ ਫॉर ਇਟ, ਪਰ ਮੇਰੇ ਵੱਲੋਂ ਕੋਈ ਇੱਦਾਂ ਦੀ ਸਟੈਪ ਹੈ ਨਹੀਂ ਗਾ। ਬਾਕੀ ਜਿਹੜਾ ਇਹ ਪੋਲੀਟੀਕਲ ਈਵੈਂਟਸ ਨੇ ਡਿਵਾਈਡ ਕ੍ਰੀਏਟ ਕੀਤੀ ਆ, ਉਹਦੀ ਫਾਲ ਆਊਟ ਹੋਈ ਆ। ਤੁਸੀਂ ਸਫ਼ਰ ਕੀਤਾ ਤਾਂ ਸਫ਼ਰ ਸਿੱਖ ਕੌਮ ਨੇ ਵੀ ਕੀਤਾ ਨੇ। ਉਹਦੇ ਵਿੱਚ ਇਹ ਉਸ ਪੋਲੀਟੀਕਲ ਗੇਮ ਦੀਆਂ ਰੈਮੀਫਿਕੇਸ਼ਨਸ ਨੇ, ਉਹਦੇ ਕਰਕੇ ਘਟਨਾਵਾਂ ਘਟੀਆਂ। ਇਸ ਚੀਜ਼ ਨੂੰ ਇਸ ਸੰਦਰਭ ਵਿੱਚ ਸਮਝਿਆ ਜਾਵੇ। ਐਂਡ ਸ਼ੀ ਟੁੱਕ ਇਟ ਵੈਰੀ ਇਨ ਏ ਵੈਰੀ ਪੋਲਾਈਟ ਮੈਨਰ, ਅਤੇ ਬਹੁਤ ਉਹ ਮੇਰੇ ਤੋਂ ਇੰਪਰੈਸ ਹੋਈ ਆ। ਉਹਨੇ ਰਾਈਟ ਵੇ ਪ੍ਰੈਸ ਨੂੰ ਸਟੇਟਮੈਂਟ ਦਿੱਤੀ। ਇਟ ਵਾਜ਼ ਏ ਨੈਸ਼ਨਲ ਸਟੋਰੀ। ਨੈਕਸਟ ਡੇ ਉਹਨਾਂ ਨੇ ਫਿਰ ਇਹਨੇ ਦੱਸਿਆ ਵੀ ਮੈਂ ਮਿਲੀ ਹਾਂ, ਮੇਰੀਆਂ ਉਹਦੇ ਬਾਰੇ ਪਹਿਲੇ ਭਾਵਨਾਵਾਂ ਹੋਰ ਸੀਗੀਆਂ, ਜਦੋਂ ਮਿਲੀ ਹਾਂ ਮੇਰੀ ਥਿੰਕਿੰਗ ਬਿਲਕੁਲ ਚੇਂਜ ਹੋ ਗਈ ਆ, ਅਤੇ ਮੈਂ ਆਈ ਵਿਲ ਵਰਕ, ਜਿੰਨਾ ਵੀ ਮੇਰੇ ਤੋਂ ਜ਼ੋਰ ਲੱਗ ਸਕਿਆ ਮੈਂ ਲਾਉਂਗੀ ਤਾਂ ਕਿ ਇਹਨੂੰ ਛੇਤੀ ਰਿਲੀਜ਼ ਕੀਤਾ ਜਾਵੇ। ਐਂਡ ਸ਼ੀ ਡਿਡ ਦੈਟ। ਕੋਰਟ ਦੇ ਵਿੱਚ ਜਦੋਂ ਗਵਾਹ ਲਿਆਂਦੇ ਗਏ ਸੀਗੇ, ਉਹ ਉੱਥੇ ਮਿਲੇ ਸੀ, ਕਹਿੰਦੇ ਗਵਾਹੀ ਦੇਣ ਆਏ ਸੀ, ਪਰ ਤੁਹਾਨੂੰ ਬੜੇ ਪਿਆਰ ਨਾਲ ਮਿਲੇ ਸੀ, ਜੱਫੀ ਪਾ ਕੇ ਮਿਲੇ ਸੀ। ਮੈਨੂੰ ਲਲਿਤ ਮਾਕਨ ਦਾ ਵੱਡਾ ਭਰਾ ਅਜੇ ਮਾਕਨ ਦਾ ਫਾਦਰ ਆ, ਉਹ ਜਦੋਂ ਗਵਾਹੀ ਦੇਣ ਆਏ ਨੇ, ਉਹਨਾਂ ਨੇ ਗਵਾਹੀ ਕਿਹਾ ਵੀ ਸਾਨੂੰ ਨਾ ਅਸੀਂ ਇਹਨੂੰ ਜਾਣਦੇ ਹਾਂ, ਨਾ ਅਸੀਂ ਕਦੀ ਦੇਖਿਆ। ਅਤੇ ਉਸ ਤੋਂ ਬਾਅਦ ਉਹਨਾਂ ਨੇ ਕੋਰਟ ਦੇ ਵਿੱਚ ਹੀ ਹੱਗਡਮੀ, ਕਹਿੰਦਾ ਅਸੀਂ ਵੀ ਪੰਜਾਬੀ ਹਾਂ, ਤੁਸੀਂ ਪੰਜਾਬੀ, ਅਸੀਂ ਸਮਝਦੇ ਹਾਂ ਕਿ ਕੀ ਕਾਰਨ ਬਣਿਆ। ਅਤੇ ਅੱਜ ਜੇ ਗੱਲ ਕਰੀਏ, ਉਹ ਜਿਹੜਾ ਤੁਸੀਂ ਦ੍ਰਿਸ਼ ਦੇਖਿਆ ਉਸ ਟਾਈਮ 84 ਤੋਂ ਬਾਅਦ ਅਤੇ ਦਿੱਲੀ ਦੇ ਵਿੱਚ ਦੇਖਿਆ, ਉਹ ਅੱਖਾਂ ਦੇ ਅੱਗੇ ਹਜੇ ਵੀ ਉਹ ਤਸਵੀਰਾਂ ਆਉਂਦੀਆਂ ਹੋਣੀਆਂ ਕਿਸੇ ਟਾਈਮ, ਜਦੋਂ ਇਕੱਲੇ ਬੈਠਣਾ, ਸੋਚਣਾ ਕਿ ਉਹ ਤਸਵੀਰਾਂ ਅੱਖਾਂ ਦੇ ਅੱਗੇ ਆਉਣੀਆਂ, ਕਿਉਂਕਿ ਇੱਦਾਂ ਦੀਆਂ ਜਿਹੜੀਆਂ ਚੀਜ਼ਾਂ ਉਹ ਮਰਦੇ ਦਮ ਤੱਕ ਨਹੀਂ ਭੁੱਲਦੀਆਂ। ਕਿਉਂਕਿ ਕਿਹਾ ਜਾਂਦਾ ਨਾ ਕਿ ਜਿੱਦਾਂ ਹੁਣ ਸ਼੍ਰੀ ਹਰਿਮੰਦਰ ਸਾਹਿਬ 'ਤੇ ਹਮਲਾ ਹੋਣਾ, ਉਹ ਤੁਸੀਂ ਆਪਣੇ ਅੱਖੀਂ ਦੇਖਿਆ। ਉਹ ਤਸਵੀਰਾਂ ਜਦੋਂ ਸੋਚਦੇ ਹਾਂ, ਉਹ ਤਸਵੀਰਾਂ ਸਾਹਮਣੇ ਆਉਣੀਆਂ, ਢਿਆ ਹੋਇਆ ਉਹ ਦਿਖਣਾ, ਉਹ ਕਿੱਦਾਂ ਦਾ ਫਿਰ ਫੀਲਿੰਗ ਕਿੱਦਾਂ ਦੀ, ਮਹਿਸੂਸ ਕਿੱਦਾਂ ਦਾ ਹੁੰਦਾ? ਨਹੀਂ, ਉਹ ਸੀਨਸ ਤਾਂ ਤੁਹਾਨੂੰ ਯਾਦ ਆ, ਨਹੀਂ ਦਿੱਲੀ ਦੇ ਵੀ ਯਾਦ ਆ, ਹਰਿਮੰਦਰ ਸਾਹਿਬ ਦਰਬਾਰ ਸਾਹਿਬ ਦੇ ਵੀ ਯਾਦ ਆ, ਪਰ ਸੈਡ ਮਤਲਬ ਕਿ
ਥਾਟ ਤਾਂ ਹੈਗੀ ਆ, ਸੈਡ ਤਾਂ ਨਹੀਂ, ਮਤਲਬ ਕਿ ਅਫਸੋਸ ਆ ਵੀ ਵਾਈ ਥੀਸ ਟਾਈਪ ਆਫ ਈਵੈਂਟਸ ਹੈਪਨ। ਜਦ ਪੋਲੀਟੀਕਲ ਡਿਸਕੋਰਸ ਚੱਲ ਰਿਹਾ ਸੀ ਤਾਂ ਵਾਈ ਪੋਲੀਟੀਕਲ ਉਹਦਾ ਸਲਿਊਸ਼ਨ ਕਿਉਂ ਨਹੀਂ ਲੱਭਿਆ ਗਿਆ। ਮੈਂ ਉਹਦੇ ਲਈ ਜਿੱਥੇ ਇੰਡੀਅਨ ਗੌਰਮੈਂਟ ਨੂੰ ਐਟ ਫਾਲਟ ਮੰਨਦਾ, ਕਿਉਂਕਿ ਉਸ ਤੋਂ ਬਾਅਦ ਸਿੱਖ ਯੂਥ ਨੇ ਬਹੁਤ ਵੱਡੀ ਪ੍ਰਾਈਸ ਪੇ ਕੀਤੀ ਆ। ਇੱਥੇ ਪੁਲਿਸ ਨੇ, ਸਿਕਿਉਰਿਟੀ ਫੋਰਸਿਸ ਨੇ ਨੰਗਾ ਨਾਚ ਖੇਡਿਆ, ਮਤਲਬ ਕਿ ਉਹ ਚੀਜ਼ ਅਨਅਕਾਊਂਟਡ ਫॉर ਗਈ ਆ। ਉਹਨੂੰ ਇਹਨਾਂ ਨੇ ਸ਼ਹੀਦ ਮੰਨਿਆ, ਜਦ ਕਿ ਉਹਨਾਂ ਨੇ ਬੁੱਚਰਾਂ ਵਾਂਗੂ ਇੱਥੇ ਮੁੰਡੇ ਮਾਰੇ ਆ, ਘਰਾਂ ਦੇ ਘਰ ਤਬਾਹ ਕੀਤੇ ਨੇ। ਮਤਲਬ ਕਿ ਉਸ 'ਚੋਂ ਆਪਣੀ ਸ਼ੋਹਰਤ ਕੱਟੀ ਆ, ਪੈਸੇ ਇਕੱਠੇ ਕੀਤੇ ਨੇ, ਵੱਡੀਆਂ ਵੱਡੀਆਂ ਪਦਵੀਆਂ ਲਈਆਂ ਨੇ। ਇੱਥੋਂ ਤੱਕ ਕਿ ਸ਼੍ਰੋਮਣੀ ਅਕਾਲੀ ਦਲ ਦੇ ਟਾਈਮ 'ਤੇ ਵੀ ਉਹਨਾਂ ਅਫਸਰਾਂ ਨੂੰ ਰਿਵਾਰਡ ਕਰਕੇ ਇਹਨਾਂ ਨੇ ਡਾਇਰੈਕਟਰ ਜਨਰਲ ਪੁਲਿਸ ਲਾਇਆ। ਜਿੰਨਾ ਫਾਲਟ ਇੰਡੀਅਨ ਗੌਰਮੈਂਟ ਦਾ ਸਿੱਖਾਂ ਦੀ ਐਸਪੀਰੇਸ਼ਨ ਨੂੰ ਨਾ ਸਮਝ ਸਕਣ ਲਈ, ਉਸ ਤੋਂ ਵੱਡਾ ਫਾਲਟ ਸ਼੍ਰੋਮਣੀ ਅਕਾਲੀ ਦਲ ਦਾ, ਜਿਹੜੀ ਕਿ ਸਿੱਖ ਭਾਵਨਾਵਾਂ ਦੀ ਕਦੀ ਉਹਨਾਂ ਨੇ ਕਦਰ ਕੀਮਤ ਸਮਝੀ ਨਹੀਂ। ਜਦ ਕਿ ਉਹਨਾਂ ਦਾ ਫਰਜ਼ ਸੀਗਾ ਬੀਇੰਗ ਦਾ ਸੋਲ ਪੋਲੀਟੀਕਲ ਰੈਪਰਜੈਂਟੇਟਿਵਸ ਆਫ ਦਾ ਸਿੱਖ ਐਂਡ ਧਰਮ ਯੁੱਧ ਮੋਰਚਾ ਉਹਨਾਂ ਨੇ ਚਲਾਇਆ ਸੀਗਾ। ਉਹਨਾਂ ਦੀ ਰਿਸਪੌਂਸਿਬਿਲਟੀ ਸੀ ਕਿ ਸਿੱਖ ਯੂਥ ਦੇ ਨਾਲ ਖੜ੍ਹਨਾ ਚਾਹੀਦਾ ਸੀ, ਕਿਉਂਕਿ ਉਹਦੀ ਫਾਲ ਆਊਟ ਬਹੁਤ ਵੱਡੀ ਸੀ 84 ਦੀ। ਪਰ ਇਹਨਾਂ ਨੇ ਉਸ ਫਾਲ ਆਊਟ ਜਾਂ ਦਿਖਾਂਤ ਨੂੰ ਇਹਨਾਂ ਨੇ ਆਪਣੇ ਪੋਲੀਟੀਕਲ ਮਫਾਦਾਂ ਲਈ ਵਰਤਿਆ। 15 ਸਾਲ ਉਸ ਤੋਂ ਬਾਅਦ ਸਰਕਾਰ ਚਲਾਈ ਅਤੇ ਹੁਣ ਆ ਕੇ ਇਹਨਾਂ ਦੇ ਘਰੇ 84 ਦੀ ਜਿਹੜੀ ਪੀੜ ਆ, ਹੁਣ ਮੈਂ ਮਹਿਸੂਸ ਕਰਦਾ ਵੀ ਸ਼ਾਇਦ ਇਹਨਾਂ ਦੇ ਘਰੇ ਵੱਜੀ ਹੋਊਗੀ। ਜਿਵੇਂ ਕਿ ਇਹਨਾਂ ਦੀ ਜਦੋਂ ਸਰਕਾਰ ਵੀ ਰਹੀ ਉਦੋਂ ਵੀ ਬੜੀਆਂ ਬੇਅਦਬੀਆਂ ਹੋਈਆਂ। ਹਰਸਿਮਰਤ ਕੋਲੋਂ ਬਿਆਨ ਵੀ ਦਿੱਤਾ ਜਾਂਦਾ ਸੀਗਾ ਕਿ ਜਿਹਨੇ ਇਹ ਕੀਤਾ ਉਹਦਾ ਕੱਖ ਨਾ ਰਵੇ, ਅਤੇ ਅੱਜ ਤੇ ਕੋਈ ਜਿੱਤਿਆ ਨਹੀਂ, ਕੋਈ ਸਰਕਾਰ ਨਹੀਂ ਬਣੀ ਅਤੇ ਸਾਰਾ ਸਫਾਇਆ ਹੋ ਗਿਆ। ਹਾਂ, ਮਤਲਬ ਕਿ ਆਈ ਥਿੰਕ ਇਨ ਏ ਰੀਅਲਿਸਟਿਕ ਮੈਨਰ ਆਈ ਥਿੰਕ ਦੇ ਪੇਡ ਦੈਟ ਪ੍ਰਾਈਸ। ਹਜੇ ਦੇ ਸਟਿਲ ਵਿਲ ਪੇ। ਮਤਲਬ ਕਿ ਜਿਸ ਤਰ੍ਹਾਂ ਉਹ ਕਹਿੰਦੇ ਆ ਨਾ ਵੀ ਨਾ ਉੱਠ ਤੋਂ ਲੈਲਾ ਨੇ ਲੈਣਾ ਅਤੇ ਨਾ ਮਜਨੂਆਂ ਨੇ ਉਹਦਾ ਪਿੱਛਾ ਛੱਡਣਾ, ਨਾ ਇਹਨਾਂ ਨੇ ਆਪਣੇ ਆਪ ਲੈਣਾ। ਇਹ ਸੋਚਦੇ ਆ ਵੀ ਨਹੀਂ ਕੋਈ ਗੱਲ ਨਹੀਂ, ਵਾਰਸੀਆਂ ਚਲਾ ਗਿਆ, ਬਟ ਦੇ ਹੈਵ, ਮਤਲਬ ਕਿ ਦੇ ਆਰ ਐਟ ਇਕੁਅਲੀ ਐਟ ਫਾਲਟ ਫॉर ਦਾ 1984 ਈਵੈਂਟਸ। ਅਤੇ ਉਹਦਾ ਭਾਵੇਂ ਇਹਨਾਂ ਨੇ ਆਨੰਦ ਮਾਣ ਲਿਆ ਪੋਲੀਟੀਕਲੀ ਜਿੰਨਾ ਮਰਜ਼ੀ, ਪਰ ਅਲਟੀਮੇਟਲੀ ਉਹ ਕੈਚ ਅਪ ਕਰ ਗਿਆ। ਸਾਡੇ ਨਾਲ ਮੌਜੂਦ ਸੀਗੇ ਰਣਜੀਤ ਸਿੰਘ ਗਿੱਲ, ਜਿਨ੍ਹਾਂ ਨੂੰ ਕੁੱਕੀ ਗਿੱਲ ਵੀ ਕਿਹਾ ਜਾਂਦਾ ਹੈ, ਅਤੇ ਦੱਸੀ ਆਪਣੀ ਗੱਲਬਾਤ ਹੋਈ ਹੈ। ਦੱਸਿਆ ਗਿਆ ਕਿ ਜਿਹੜੀਆਂ ਗੋਲੀਆਂ ਚੱਲੀਆਂ ਸੀਗੀਆਂ, ਜੇਲ੍ਹ ਵੀ ਕੱਟੀ, ਪਰ ਇਹਦੇ ਵਿੱਚ ਕੋਈ ਵੀ ਆਪਸੀ ਉਹ ਨਹੀਂ ਸੀਗੀ, ਕੋਈ ਰੰਜਿਸ਼ ਨਹੀਂ ਸੀਗੀ। ਇਹ ਇੱਕ ਰਾਜਨੀਤਿਕ ਸੀਗਾ ਕਿ ਰਾਜਨੀਤਿਕ ਵੱਲੋਂ ਇਹ ਹੋਇਆ ਗਿਆ। ਅਤੇ ਸ਼੍ਰੀ ਹਰਿਮੰਦਰ ਸਾਹਿਬ 'ਚ ਅਟੈਕ ਹੁੰਦਾ, ਉਸ ਤੋਂ ਬਾਅਦ ਦਿੱਲੀ ਦੀ ਵਿੱਚ ਜਿਹੜਾ ਕੀ ਹੈ ਜੰਗ ਚੱਲਦੀ ਹੈ, ਉਹਦੇ ਵਿੱਚ ਕਾਫੀ ਜਿਹੜੇ ਸਿੱਖਾਂ ਦੀ ਜਿਹੜੀ ਮੌਤ ਹੁੰਦੀ ਹੈ, ਉਹਨੂੰ ਲੈ ਕੇ ਜਿਹੜੀ ਹੈ ਇਹ ਜਿਹੜਾ ਖਾਮਿਆਜ਼ਾ ਜਿਹੜਾ ਕਿ ਉੱਥੇ ਭੁਗਤਣਾ ਪੈਂਦਾ ਹੈ। ਅਤੇ ਹੋਰ ਵੀ ਕਾਫੀ ਗੱਲਾਂ ਹੋਈਆਂ। ਅਤੇ ਤੁਸੀਂ ਜੁੜੇ ਰਹੋ ਸਕਰੋਲ ਪੰਜਾਬ ਦੇ ਨਾਲ। ਕੈਮਰਾਮੈਨ ਪੰਕਜ ਸ਼ਰਮਾ ਦੇ ਨਾਲ ਸੌਰਵ ਅਰੋੜਾ ਦੀ ਰਿਪੋਰਟ। ਧੰਨਵਾਦ।